अस्सलाम वालेकुम जी, ਤੁਸੀਂ ਦੇਖ ਰਹੇ ਹੋ YouTube ਚੈਨਲ ਟੀਮ ਯੂਸਫ ਰੰਧਾਵਾ। ਦੋਸਤਾਂ ਦੇ ਅੱਗੇ ਅਪੀਲ ਹੈ, ਰਿਸ਼ਤੇਦਾਰਾਂ ਦੇ ਅੱਗੇ, ਅਜ਼ੀਜ਼ ਵਕਾਰਬ ਦੇ ਅੱਗੇ, ਹਮਸਾਇਆਂ ਦੇ ਅੱਗੇ, ਅਹਿਲੇ ਇਲਾਕਾ ਦੇ ਅੱਗੇ ਕਿ ਮੈਨੂੰ ਸਪੋਰਟ ਕੀਤੀ ਕਰੋ। ਫੇਸਬੁੱਕ ਚੈਨਲ ਯੂਸਫ ਰੰਧਾਵਾ, ਟੀਮ ਯੂਸਫ ਰੰਧਾਵਾ, YouTube ਚੈਨਲ, ਟਿਕਟੋਕ ਚੈਨਲ ਟੀਮ ਯੂਸਫ ਰੰਧਾਵਾ ਦੇ ਨਾਂ ਤੇ ਮੇਰਾ ਚੈਨਲ ਹੈ। ਸਪੋਰਟ ਕੀਤੀ ਕਰੋ, ਬੜੀ ਮਿਹਰਬਾਨੀ, ਮੁਫਤਾਂ ਦਾ ਸ਼ੁਕਰੀਆ। ਵਲੋਗ ਦੇਖਿਓ, पूरा व्लॉग सीन करो, इंशाल्लाह मज़ा आएगा। और अपने मैं रिहायश में अफसोसनाक वाक़या होया वो भी सारा कुछ तुहानूं दिखावांगे। गरीब बंदे हैं, मजदूर बंदे हैं, मजदूरी करी दी है, नाल असी मेहनत करी दी है। चैनल ते ज़रूर साडा व्लॉग वेख्या करो, सपोर्ट करया करो। मुफ्तां दा शुक्रिया। देख लो स्प्रे हो रही है। भाई नहीं भाई नहीं, इस तरह मैं गोश्त नहीं लाया। ना ना यार नहीं लाता यार। पहली दफा आया कहते ने जी तू साडे गोश्त वाले बड़े से पहली दफा आया, मैं पैसे नहीं लाने। आखिरी मानदा मजदूर बंदा है, फिर पैसे तुम ना दे के जाने ने, मैं पैसे नहीं रख लाई। देख लो जी, ਇਹਦੀ ਮੁਹੱਬਤ ਦਾ ਸ਼ੁਕਰੀਆ। ਸ਼ਮਸ਼ੇਰ ਆਇਆ गोश्त वाला बड़ा जवाना बंदा चौक ਦੇ ਵਿੱਚ ਮੌਜੂਦ ਹੈ। ਇਹਦੀ ਮੁਹੱਬਤ ਦਾ ਸ਼ੁਕਰੀਆ ਜੀ। ਇਹਨੇ ਸਾਡੇ ਪੈਸੇ ਇਹਨੇ ਸਾਡੇ ਕੋਲ ਨਹੀਂ ਲਏ, ਅਸੀਂ ਜਾ ਰਹੇ ਹਾਂ ਜੀ। ਬਾਕੀ ਵਜ਼ੀਰ ਵੀਡੀਓ ਸਾਡੇ ਮਹਿਮਾਨ ਆਏ ਨੇ ਸ਼ੋਰਪੁਰ ਕੈਂਟ 38 ਚੱਕ ਦੇ ਵਿੱਚ, ਸਪੈਸ਼ਲ ਉਹਨਾਂ ਵਾਸਤੇ ਦੇਸੀ ਮੁਰਗਾ ਲੈ ਕੇ ਜਾ ਰਹੇ ਹਾਂ। ਸ਼ਮਸ਼ੇਰ ਆਏ ਸਾਹਿਬ ਕੋਲ ਆਇਆ। ਇੱਕ ਕੋਲ ਮੁਰਗੀਆਂ ਦੇਸੀ ਵੀ ਹੁੰਦੀਆਂ ਨੇ, ਬ੍ਰਾਇਲਰ ਵੀ ਹੁੰਦੀਆਂ ਨੇ। ਜਿਸ ਬੰਦੇ ਕੋਲ ਦੇਸੀ ਮੁਰਗੀਆਂ ਸਨ ਇਹਦੇ ਕੋਲ ਲੱਭੀ ਹੈ बहुत बंदा जिन्हों मैंने देसी मुर्गी चाहिए इस बंदे को नान के लेना और इन्हें पैसे नहीं ले। मुहब्बत का शुक्रिया। हाँ जी जी, मेहमानों के वास्ते लैके आए सी कोई देसी मुर्गा समान वगैरह छोटा जिहा वो कर दिता है, वो बन रहा है। इंशाल्लाह शाम ਨੂੰ ਜਦੋਂ डिश वगैरह तैयार होई ਅਸੀਂ ਤੁਹਾਨੂੰ ਮਜ਼ੀਦ ਉਹ ਵੀ ਇਸੇ ਵਲੋਗ 'ਚ ਦਿਖਾਵਾਂਗੇ। ਔਰ ਖਸੂਸੀ ਜੋ ਸਾਡੇ ਮਹਿਮਾਨ ਆਏ ਨੇ ਬਹੁਤ ਖਾਸ ਨੇ ਔਰ ਮੇਰੀ ਖਾਲਾ ਜੀ ਨੇ ਅਸੀਂ ਵੀਡੀਓ 'ਚ ਨਹੀਂ ਲਿਆ ਸਕਦੇ ਕਿਉਂਕਿ ਜੱਟ ਬਰਾਦਰੀ ਨਾਲ ਤਲਕ ਰੰਧਾਵਾ ਜੱਟ ਫੈਮਿਲੀ ਵਲੋਗ ਜ਼ਰੂਰ ਹੈ, ਲੇਕਿਨ ਅਸੀਂ ਫੈਮਿਲੀ ਵਲੋਗ ਦੇ ਵਿੱਚ ਆਪਣੇ ਮਤਲਬ ਕਿ ਔਰਤਾਂ ਨੂੰ ਨਹੀਂ ਲੈ ਕੇ ਆ ਸਕਦੇ। ਇਸ ਵਜ੍ਹਾ ਤੋਂ ਇਹ ਮਕਾਨ ਹੈ ਜੀ ਮੇਰਾ ਜ਼ੀਰਤ ਅਮੀਰ। ਇਹ ਮਕਾਨ ਦੇਖ ਲਓ, ਤੁਹਾਨੂੰ ਮਕਾਨ ਦਿਖਾ ਰਿਹਾ ਮੈਂ। ਤੇ ਵਲੋਗ ਬਣਾਉਣ ਦਾ ਮੇਰਾ ਇਹ ਮਕਸਦ ਹੈ ਕਿ ਮੈਂ ਤੁਹਾਨੂੰ ਮਕਾਨ ਦਿਖਾਣਾ। ਮੇਰੇ ਨਾਲ ਇੱਕ ਛੋਟਾ ਜਿਹਾ ਅਫਸੋਸਨਾਕ ਵਾਕਿਆ ਹੋਇਆ, ਉਹ ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ। ਅਫਸੋਸਨਾਕ ਵਾਕਿਆ ਕੀ ਹੋਇਆ ਤੁਸੀਂ ਵੇਖ ਕੇ ਖੁਦ ਪਰੇਸ਼ਾਨ ਹੋਵੋਗੇ। ਉਹ ਕਹਿੰਦੇ ਨੇ ਕਿ ਗਰੀਬ ਤੋਂ ਗਰੀਬ ਹੁੰਦਾ ਜਾਂਦਾ, ਅਮੀਰ ਅਮੀਰ ਤੋਂ ਅਮੀਰ ਹੁੰਦਾ ਜਾਂਦਾ। ਇਸ ਵਜ੍ਹਾ ਤੋਂ ਮੈਂ ਜਿਹੜਾ ਨਾ ਅੱਗੇ ਕੁਛ ਹਾਲਾਤ ਮਾੜੇ ਸੀ, ਕੋਈ ਹਾਲਾਤ ਮੱਠੇ ਸੀ ਮੇਰੇ, ਤੇ ਉਹ ਥੋੜੀ ਥੋੜੀ ਕਰਕੇ ਮੈਂ ਬਣਾ ਰਿਹਾ ਸੀ ਚਾਰ ਦੀਵਾਰੀ। ਤੇ ਉਹ डिज़ाइन बहुत अच्छा सी, मैंने खुद भी प्यारा लगा। मैं बड़ी दूर मंगवाया तो वो रिश्तेदार ने, दोस्तों ने, अजीज़ कारब ने, हमसाया ने, सारे ने पसंद किया सी। वो डिज़ाइन जो मैं थोड़ा जिहा ऐड कर दाँगा चार दीवारी का इस व्लॉग दे विच, तुसीं वो डिज़ाइन भी देखोगे। आओ तुहानूं मैं देखना अफसोसनाक वाक़या की होया। आ जाओ चलो जी। ਇਹ ਮੇਰਾ ਘਰ ਹੈ ਜੀ, ਜ਼ੇਰੇ ਤਮੀਰ ਹੈ। ਵਿੰਡੋ ਲੱਗਣੀਆਂ ਨੇ, ਈਟੇ ਲੱਗਣੀਆਂ ਨੇ। ਮੁੰਡੇ ਨੇ ਦੋ ਚੰਨੜ ਦੇ, ਕਾਸਮ ਚੰਨੜ ਕੋਈ ਬਜ਼ੁਰਗ ਨੇ, ਸੂਫੀ ਨੇ, ਉਹਨਾਂ ਦਾ ਅਦਬ ਇਤਰਾਮ ਨਾਲ ਨਾਮ ਲੈਣਾ ਚਾਹੀਦਾ। ਉਹਨਾਂ ਦੇ ਬੇਟੇ ਨੇ, ਉਹ ਇਸਲਾਮਾਬਾਦ ਕੰਮ ਕਰਦੇ ਨੇ, ਬਹੁਤ ਅੱਛਾ ਵਰਕ ਕਰਦੇ ਨੇ। ਉਹਨਾਂ ਆਪਣੀ ਖੁਦ ਕੰਪਨੀ ਵੀ ਬਣਾਈ ਹੈ ਵਿੰਡੋ ਦੀ ਔਰ ਉੱਥੇ ਬਹੁਤ ਉਹਨਾਂ ਦਾ ਇਸ ਚੀਜ਼ ਦਾ ਕੰਮ ਹੈ। ਔਰ ਮੈਨੂੰ ਮਿਲੇ ਸੀ, ਉਹਨਾਂ ਨੇ ਕਿਹਾ ਸੀ कि रेट चेक कर विंडो तो जिन्होंने अच्छे तरीके ना बना के देवांगे। मैं नीले रंग अच्छी ग्लास अच्छा ये वो पवाया सी, शीशा रहिंदा उन्होंने आन के पाना। विंडो तुहाडे सामने देख चेक कर सकते हो, विंडो पा रही है।
ਤੇ ਇਹ ਜਿਹੜੇ ਤਮੀਰ ਘਰ ਈ ਤੇ ਆਣ ਕੇ ਵਿੰਡੋ ਵੀ ਪੈ ਜਾਣੀਆਂ ਨੇ। ਮਿਜ਼ਾਈਲ ਪੰਪ ਲਾਇਆ ਸੀ ਛੋਟਾ, ਖਰਾਬ ਹੋ ਜਾਂਦਾ ਸੀ, ਕਦੀ ਗਰੀਸ, ਕਦੀ ਮੁਬਲੈਲ, ਕਦੀ ਬੈਰਿੰਗ, ਕਦੀ ਕੋਈ ਨਾ ਕੋਈ ਚੀਜ਼ ਚੂਹਾ। ਉਹ ਫਿਰ ਉਸ ਤੋਂ ਹਟ ਕੇ ਮੈਂ ਫਿਰ ਇੱਕ ਨਵਾਂ ਪੰਪ ਲਾਇਆ ਸੀ। ਤਾਂ ਚੈੱਕ ਕਰਾਂਗਾ, ਬੜਾ ਪਸੰਦ ਆਇਆ। ਮਿਜ਼ਾਈਲ ਪੰਪ ਜਿੰਨਾ ਇਹਦਾ ਜਿਹੜਾ ਕਰੰਟ ਹੈ ਮਿਜ਼ਾਈਲ ਪੰਪ ਜਿੰਨਾ। ਇਹ ਵੇਖ ਲਓ, ਇਹ ਪੰਪ ਹੈ ਜੀ ESPA ਅਸਫਲ ਦਾ ਪੰਪ ਹੈ ਜੀ, ਬਾਹਰ ਦੀ ਕੰਪਨੀ ਹੈ ਜੀ, ਤੇ ਬਹੁਤ ਅੱਛਾ ਪੰਪ ਹੈ, ਖੂਬਸੂਰਤੀ ਵੀ ਹੈ ਔਰ ਇਹਦਾ ਪ੍ਰੈਸ਼ਰ ਬਹੁਤ ਜ਼ਿਆਦਾ। ਮੈਂ ਤੁਹਾਨੂੰ ਪਹਿਲੇ ਵੀ ਲੋਕ ਦਿਖਾਇਆ ਸੀ। ਹੁਣ ਜਿਹੜਾ ਅਫਸੋਸਨਾਕ ਵਾਕਿਆ ਹੋਇਆ ਸੀ 4 ਦੀਵਾਰੀ ਵਾਲਾ, ਤੁਹਾਨੂੰ ਮੈਂ ਦਿਖਾਣਾ, ਆਹ ਦੇਖ ਲਓ, ਚੈੱਕ ਕਰੋ। ਇਹ ਵੇਖ ਲਓ, ਸਾਰੀ 4 ਦੀਵਾਰੀ ਤੋੜ ਤੱਕ ਜਿਹੜੀ ਹੈ ਨਾ, 4 ਦੀਵਾਰੀ ਮੇਰੀ ਗਿਰ ਗਈ ਹੈ। ਮੈਨੂੰ ਇਸ ਚੀਜ਼ ਦਾ ਬੜਾ ਅਫਸੋਸ ਹੋਇਆ ਹੈ ਔਰ ਮੈਂ ਬਹੁਤ ਹੀ ਪਰੇਸ਼ਾਨ ਹਾਂ। ਹਾਲਾਤ ਅੱਗੇ ਹੀ ਮਾੜੇ ਸੀ, ਮਜ਼ੀਦ ਹੋਰ ਹਾਲਾਤ ਮਾੜੇ ਹੋ ਗਏ ਨੇ, ਲੇਕਿਨ ਰੱਬ ਜਿਹੜਾ ਨਾ ਬੇਨਿਆਜ਼ ਹੈ, ਉਹ ਜਦੋਂ ਦੇਣ ਤੇ ਆਵੇ ਦਿੰਦਾ ਹੈ ਔਰ ਇਨਸਾਨ ਜਦੋਂ ਲੈਣ ਤੇ ਆਵੇ ਉਹ ਲੈ ਵੀ ਲੈਂਦਾ ਹੈ। ਇਸ ਵਜ੍ਹਾ ਤੋਂ ਜੇ ਅਗਰ ਗਿਰ ਗਈ ਹੈ ਕੋਈ ਗੱਲ ਨਹੀਂ, ਅਸੀਂ ਇਤਨਾ ਹਾਲਾਤਾਂ ਦਾ ਮੁਕਾਬਲਾ ਕਰਾਂਗੇ ਇਨਸ਼ਾਅੱਲਾ। ਅਸੀਂ ਮਿਹਨਤ ਕਰਾਂਗੇ, ਮਿਹਨਤ ਕਰਕੇ ਜਿਸ ਮਿਸਤਰੀ ਤੋਂ ਪਹਿਲੇ ਮੈਂ ਰਾਤ ਮਿਸਤਰੀ ਹੈ ਜਵਾਨਾ ਬੰਗਲਾ ਦੇ ਉੱਤੇ, ਉਸ ਤੋਂ ਪਹਿਲੇ ਮੈਂ ਘਰ ਬਣਾਇਆ ਸੀ, ਜ਼ੇਰੇ ਤਮੀਰ ਕਰਾਇਆ ਸੀ, ਉਹ ਅੱਛਾ ਮਿਸਤਰੀ ਸੀ। ਉਸ ਮਿਸਤਰੀ ਨੇ ਡਿਜ਼ਾਈਨ ਦੱਸਿਆ। ਮਿਸਤਰੀ ਮੈਂ ਦੂਸਰੇ ਲੋਹਾਰ ਰਹਿੰਦੇ ਨੇ ਜੀ, ਜਾਨੀ ਲੋਹਾਰ, ਉਹਨਾਂ ਕੋਲੋਂ ਮੈਂ 4 ਦੀਵਾਰੀ ਬਣਾਈ ਹੈ, ਲੇਕਿਨ ਗਿਰ ਗਈਆਂ। ਕਹਿੰਦੇ ਸੀ ਇੱਕ ਪਿੱਲਰ ਤੇ ਵਿੱਚ ਸਰੀਆ ਲਾਣਾ ਸੀ, ਉਹ ਨਹੀਂ ਲਾਇਆ, 4 ਦੀਵਾਰੀ ਗਿਰ ਗਈ ਜੀ। ਹਨੇਰੀ ਬਹੁਤ ਜ਼ੋਰ ਦੀ ਆਈ ਸੀ, ਪਲਸਤਰ ਵੀ ਨਹੀਂ ਸੀ ਹੋਈ, 4 ਦੀਵਾਰੀ ਗਿਰ ਗਈ। ਬਹੁਤ ਅੱਛਾ ਡਿਜ਼ਾਈਨ ਸੀ, ਤੁਹਾਨੂੰ ਡਿਜ਼ਾਈਨ ਦਿਖਾਣਾ, ਤੁਸੀਂ ਖੁਦ ਵੇਖ ਕੇ ਪਰੇਸ਼ਾਨ ਹੋਗੇ। ਬਹੁਤ ਅੱਛਾ ਡਿਜ਼ਾਈਨ ਹੈ, 4 ਇੰਚ ਦਾ, ਥੱਲੇ 9 ਇੰਚ ਦਾ ਸੀ, ਉੱਤੋਂ 4 ਇੰਚ ਦਾ ਡਿਜ਼ਾਈਨ ਸੀ। ਇਹ ਦੇਖ ਸਕਦੇ ਹੋ ਤੁਸੀਂ 4 ਦੀਵਾਰੀ ਸਾਰੀ। ਇਹ ਕਨੋਪੀ ਇੱਥੇ ਬਣਨੀ ਹੈ ਜੀ, ਅਗਰ ਅਸੀਂ ਬੈਠ ਸਕਦੇ ਹਾਂ ਤਾਂ ਵੀ ਠੀਕ ਹੈ, 4 ਪਹੀਆਂ ਲਾ ਕੇ ਅਸੀਂ ਬਹਿ ਸਕਦੇ ਹਾਂ। ਔਰ ਗੱਡੀ ਜਿਹੜੀ ਹੈ ਅੱਲਾਹ ਤਾਲਾ ਗੱਡੀ ਵੀ ਦੇਗਾ ਇਨਸ਼ਾਅੱਲਾ। ਰੱਬ ਦੇ ਅੱਗੇ ਉਮੀਦ ਹੈ ਮੈਨੂੰ, ਅੱਲਾਹ ਜ਼ਰੂਰ ਗੱਡੀ ਦੇਗਾ। ਪਹਿਲੇ ਵੀ ਆ ਗਈ ਸੀ ਮੇਰੇ ਕੋਲ, ਕੋਈ ਜ਼ਮੀਨ ਦੇ ਤਨਾਜ਼ਾ ਸੀ, ਉਹਦੇ ਵਿੱਚ ਮੈਂ ਸੇਲ ਕਰਕੇ ਜ਼ਮੀਨ 1 ਏਕੜ ਵਾਪਸ ਲਈ ਸੀ, ਤੇ ਮੇਰੇ ਕੋਲ ਕੋਈ ਛੋਟੀ ਜਿਹੀ ਗਲਤੀ ਹੋ ਗਈ ਸੀ, ਮਿਸਟੇਕ ਹੋ ਗਈ ਸੀ। ਇਹ ਹੁਣ ਕਨੋਪੀ ਬਣ ਰਹੀ ਹੈ ਜੀ, ਜ਼ੇਰੇ ਤਮੀਰ ਕਮ ਸੇ ਕਮ 1.5 ਸਾਲ ਹੋ ਗਿਆ ਹੈ ਮੇਰਾ ਮਕਾਨ ਜਿਹੜਾ ਜ਼ੇਰੇ ਤਮੀਰ ਹੈ। ਕਿਉਂਕਿ ਸਾਡੀ ਨਹੀਂ ਆਮਦਨੀ, ਛੋਟੇ ਜਿਹੇ ਘਰ ਦਾ ਬੰਦਾ ਵਾਂ ਮੈਂ। ਥੋੜੀ ਜਿਹੀ ਜ਼ਮੀਨ ਹੈ, 10-12 ਏਕੜ ਹੈ ਮੇਰੀ ਜ਼ਮੀਨ ਜਿਹੜੀ ਹੈ, ਤੇ ਇਹਦੇ ਥੋੜੀ ਆਮਦਨ ਹੈ। ਲੇਕਿਨ 1.5-2 ਸਾਲ ਤੋਂ ਨਾ ਗੰਜਿਆਂ ਦੀ ਹੁਕੂਮਤ ਹੈ, ਨਵਾਜੂ ਤੇ ਸ਼ਵਾਦੂ ਦੀ, ਉਹਦੀ ਹੁਕੂਮਤ ਹੈ, ਉਹਦੀ ਵਜ੍ਹਾ ਤੋਂ ਨਾ ਫਸਲਾਂ ਹੋਈਆਂ ਨਹੀਂ, ਅੱਗੇ ਨਾਲ ਬਰਬਾਦ ਹੋ ਗਏ ਆ। ਗੱਡੀ ਸੀ ਉਹ ਵੀ ਮੇਰੀ ਇੰਜੀ ਵਿਕ ਗਈ, ਸਾਰਾ ਕੁਛ ਮੇਰਾ ਵਿਕ ਗਿਆ, ਫਸਲ ਨਹੀਂ ਇੰਨੀ ਹੋਈ। ਇਹ ਹੁਣ ਤੁਹਾਨੂੰ ਚੈੱਕ ਕਰਾ ਰਿਹਾ ਕਨੋਪੀ ਹੈ, ਇਨਸ਼ਾਅੱਲਾ ਇਹ ਵੀ ਬਣੇਗੀ, ਤਿਆਰ ਹੋਏਗੀ ਜਿਵੇਂ ਜਿਵੇਂ ਰੱਬ ਪੈਸੇ ਦੇਗਾ। ਬਾਕੀ ਅਸਲ ਵਿੱਚ ਜੀ ਮੇਰਾ ਰਾਹ ਕੇ ਜ਼ਮੀਨ ਦੇ ਵਿੱਚ ਹਿੱਸੇਦਾਰ ਹੈ, ਜਿਹੜਾ ਮਿਹਨਤ ਕਰਦਾ ਉਹ ਸਪਰੇਅ ਕਰ ਰਿਹਾ, ਤੁਹਾਨੂੰ ਉਹ ਵੀ ਦਿਖਾਉਂਦੇ ਆ ਸਪਰੇਅ ਹੁੰਦੀ, ਪਲੇਟਾਂ ਵੀ ਆਪਣੀਆਂ ਦਿਖਾਉਣਾ। ਕਿਉਂਕਿ ਇਹ ਮੇਰੀ ਜਿਹੜੀ ਰਿਹਾਇਸ਼ ਹੈ ਨਾ, ਜਵਾਨਾ ਬੰਗਲਾ ਚੱਕ ਨੰਬਰ 5 ਜਵਾਨਾ ਬੰਗਲਾ ਚੱਕ ਨੰਬਰ 5 ਡਾਕਖਾਨਾ ਰੰਗपुर खेड़े वाला, ਜ਼ਿਲ੍ਹਾ ਮੁਜ਼ੱਫਰਗੜ੍ਹ, ਆਮਲਪੁਰ ਸਿਆਲ, ਰੰਗਪੁਰ ਖੇੜੇ ਵਾਲਾ, ਜੰਗ ਤੇ ਮੁਜ਼ੱਫਰਗੜ੍ਹ ਦੇ ਦਰਮਿਆਨ ਚ ਹਦੂਦ ਹੈ ਫਤਿਹਪੁਰ ਦੇ ਨਾਲ ਹੈ ਜੀ। ਜਵਾਨਾ ਬੰਗਲੇ ਤੋਂ 1 ਕਿਲੋਮੀਟਰ ਦੇ ਸਫ਼ਰ ਤੇ ਮੇਰੀ ਰਿਹਾਇਸ਼ ਹੈ। ਤੇ ਮੈਂ ਅੱਗੇ ਵਲੋਗ ਨਹੀਂ ਸੀ ਬਣਾਇਆ ਆਪਣੀ ਰਿਹਾਇਸ਼ ਦਾ ਸਾਰਾ ਕੁਝ। ਮੈਨੂੰ ਬੜੇ ਦੋਸਤ ਫੋਨ ਕਰਦੇ ਨੇ ਦੂਰ ਤੋਂ, ਗੁਜਰਾਤ ਤੋਂ, ਸਿਆਲਕੋਟ ਤੋਂ, ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ ਕਿੱਥੇ ਤੇਰੀ ਰਿਹਾਇਸ਼ ਕੀ ਹੈ। ਟਿਕਟੋਕ ਤੇ ਲੋਕ ਪੁੱਛਦੇ ਸੀ, ਇਸ ਵਜ੍ਹਾ ਤੋਂ ਮੈਂ ਵਲੋਗ ਬਣਾਇਆ ਤੇ ਤੁਹਾਨੂੰ ਮੈਂ ਆਪਣੀ ਰਿਹਾਇਸ਼ ਐਡਰੈਸ ਸਾਰਾ ਕੁਝ ਦਿੱਤਾ। ਜਿਸ ਬਾਈ ਨੇ ਆਉਣਾ ਚਾਹਵੇ ਉਹਨੂੰ ਜ਼ਰੂਰ ਅਸੀਂ ਮਿਲਾਂਗੇ, ਮਹਿਮਾਨ ਨਵਾਜ਼ੀ ਕਰਾਂਗੇ। ਸਾਨੂੰ ਖੁਸ਼ੀ ਹੁੰਦੀ ਹੈ ਜਿਵੇਂ ਕੋਈ ਮਹਿਮਾਨ ਆਵੇ ਸਾਡੇ ਘਰ, ਅਸੀਂ ਖੁਸ਼ ਹੋ ਕੇ ਉਹਨੂੰ ਮਿਲਾਂਗੇ, ਇੱਜ਼ਤ ਕਰਾਂਗੇ, ਰਿਸਪੈਕਟ ਕਰਾਂਗੇ, ਉਹਦੇ ਆਉਣ ਦਾ ਸ਼ੁਕਰੀਆ ਵੀ ਅਦਾ ਕਰਾਂਗੇ। ਤੇ ਬਾਕੀ ਮਜ਼ੀਦ ਤੁਹਾਨੂੰ ਅੱਗੇ ਮੈਂ ਦਿਖਾਣਾ ਆਪਣੀ ਖੇਤੀਬਾੜੀ। ਹਾਂ ਜੀ, ਚੋਰੀ ਆਸਨ ਦਾ ਹੋਇਆ ਤੇ ਮੇਰੇ ਘਰ ਦੇ ਕੋਲ ਹੀ ਰਹਿੰਦਾ ਜੀ, ਇਕੱਠੇ ਅਸੀਂ ਕੁਰਿਆਸ਼ ਸਾਡੀ ਪਿਛਲੀ ਸਾਈਡ ਤੇ ਉਹਦੀ ਆਰਮੀ ਚ ਅਫਸਰ ਨੇ ਸਾਡੇ, ਨੇਵੀ ਆਰਮੀ ਦੇ ਵਿੱਚ। ਚੋਰੀ ਫਾਰਨ ਦਾ ਸਭ ਕੀ ਹਾਲ ਠੀਕ ਹੋ, ਤਬੀਅਤ ਠੀਕ ਹੈ, ਫਿੱਟ ਫਾਟ ਹੋ। ਸਰ ਕਿਦੋਂ ਆਏ ਤੁਸੀਂ? ਮੈਂ ਹੋ ਗਿਆ 1 ਹਫ਼ਤਾ ਹੋਇਆ ਜੀ। ਇਹ ਫਾਰਨ ਦਾ ਸਾਹਿਬ ਨੇ ਕਰਾਚੀ ਕਿਹੜੀ ਜਗ੍ਹਾ ਦਿੰਦੇ ਹੋ? ਮੈਂ ਵੀ ਕਰਾਚੀ ਸਮੁੰਦਰ ਦੇ ਵਿੱਚ ਏਰੀਏ ਜੀ। ਦੁਬਈ ਜਿਵੇਂ ਸਮੁੰਦਰ ਦੇ ਵਿੱਚ ਬਣਿਆ, ਕਰਾਚੀ ਇਹਨਾਂ ਦੀ ਜਿਹੜੀ ਰਿਹਾਇਸ਼ ਵਗੈਰਾ ਉਹ ਵੀ ਕਹਿੰਦੇ ਨੇ ਕਿ ਸਮੁੰਦਰ ਦੇ ਵਿੱਚ ਬਣੀ। ਅਸੀਂ ਉੱਥੇ ਸਾਡਾ ਖਾਣ ਪੀਣ ਜੇ ਉਹ ਟ੍ਰੇਨਿੰਗ ਸਾਰਾ ਕੁਛ ਉੱਥੇ ਹੀ ਹੈ। ਤੇ ਨੇਵੀ ਆਰਮੀ ਜਿਹੜੀ ਵੀ ਹੈ ਸਾਰੀ ਉਹ ਸਮੁੰਦਰ ਦੇ ਵਿੱਚ ਹੀ ਉਹਨਾਂ ਦੀ ਰਿਹਾਇਸ਼ਾਂ ਨੇ, ਉੱਥੇ ਉਹਨਾਂ ਦੀ ਡਿਊਟੀ ਹੈ ਕਰਾਚੀ ਸੈਲ ਦੇ ਨਾਲ। ਬਾਕੀ ਜਦੋਂ ਸੈਰ ਤਫਰੀਹ ਕਰਨਾ ਹੋਵੇ, ਸੈਲ ਦੇ ਨਾਲ ਨਹੀਂ, ਸਮੁੰਦਰ ਦੇ ਵਿੱਚ ਜਹਾਜ਼ਾਂ ਦੇ, ਸੈਲ ਦੇ ਨਾਲ ਨਹੀਂ ਕਹਿੰਦੇ ਨੇ, ਸਮੁੰਦਰ ਦੇ ਵਿੱਚ ਜਹਾਜ਼ਾਂ ਦੇ ਵਿੱਚ, ਜਹਾਜ਼ਾਂ ਤੇ ਸਮਾਨ ਹੁੰਦਾ ਜਾਂਦਾ ਤੁਹਾਡਾ। ਹੈ ਜੀ 1 ਹਫ਼ਤੇ ਦੀ ਛੁੱਟੀ ਤੇ ਆਇਆ। ਮੇਰਾ ਕਜ਼ਨ ਹੈ, ਇਹ ਐਸ ਰੰਧਾਵੇ ਦਾ ਚਾਚੂ ਦਾ ਬੇਟਾ ਹੈ ਔਰ ਮੇਰੇ ਮਾਮੂ ਦਾ ਬੇਟਾ ਹੈ, ਔਰ ਇਹਨਾਂ ਦੀ ਰਿਹਾਇਸ਼ ਅਮਰਪੁਰ ਸਿਆਲ ਹੈ। ਸਾਡੀ ਰਿਹਾਇਸ਼ ਜਵਾਨਾ ਮੰਗਲਾ ਚੱਕ ਨੰਬਰ 5 ਅਮਰਪੁਰ ਸਿਆਲ ਰੰਗਪੁਰ ਖੇੜੇ ਵਾਲੇ ਦੇ ਦਰਮਿਆਨ 'ਚ ਮੌਜੂਦ ਹੈ। ਤੇ ਪਹਿਲੇ ਇਹ ਵੀ ਇੱਥੇ ਰਹਿੰਦੇ ਸੀ। ਇਹਨਾਂ ਦੀ ਜ਼ਮੀਨ ਹੈ, ਆਪਣੀ ਜ਼ਮੀਨ ਦੇ ਵਿੱਚ ਨਾ ਕੋਈ ਚੱਕਰ ਵੇਖਣ ਆਏ ਨੇ ਕਿ ਅਸੀਂ ਫਿਰ ਤੁਰ ਕੇ ਵੇਖਦੇ ਆਪਣੀ ਜ਼ਮੀਨ ਦੇ ਕੀ ਹਾਲਾਤ ਨੇ, ਕੀ ਹਿਸਾਬ ਕਿਤਾਬ ਹੈ। ਕਿਉਂਕਿ
ਫਸਲ ਵੀ ਇਹ ਕਾਸ਼ਤ ਕਰਦੇ ਨੇ ਔਰ ਨਾਲ ਆਪਣੀ ਨੌਕਰੀ ਵੀ ਕਰਦੇ ਨੇ। ਵੱਡਾ ਭਾਈ ਇਹਨਾਂ ਦਾ ਦੁਬਈ 'ਚ ਹੁੰਦਾ ਹੈ, ਉਹ ਆ ਨਹੀਂ ਸਕਦਾ, ਫਿਰ ਖੇਤੀਬਾੜੀ ਦੀ ਦੇਖਭਾਲ ਇਹ ਖੁਦ ਹੀ ਕਰਦੇ ਨੇ। ਬਾਕੀ ਤੁਹਾਨੂੰ ਦਿਖਾਉਂਦੇ ਹਾਂ ਸਪਰੇਅ ਹੋ ਰਿਹਾ ਤੇ ਆਪਣਾ ਡੇਅਰੀ ਦਾ ਵਿਜ਼ਿਟ ਕਰਾਉਂਦੇ ਹਾਂ ਜੀ। ਪਲੇਟਾਂ ਲਾਈਆਂ ਨੇ, ਕਿਸਾਨਾਂ ਦਾ ਤਾਂ ਅੱਗੇ ਕੋਈ ਹਾਲ ਨਹੀਂ ਸੀ, ਬਹੁਤ ਬੁਰਾ ਹਾਲ ਸੀ। ਜਦੋਂ ਦੀ ਆ ਨਵਾਜ਼ੂ ਤੇ ਸ਼ਬਾਜ਼ੂ ਦੀ ਹਕੂਮਤ ਆਈ, ਅਸੀਂ ਤੇ ਮਰ ਥਾਂ ਤੇ ਗਏ ਹਾਂ, ਸਾਡੀ ਫਸਲ ਵੀ ਨਹੀਂ ਹੁੰਦੀ। ਉਹ ਮਰੀਮ ਸਾਹਿਬਾ ਆਪਣੇ ਬੰਦਿਆਂ ਨੂੰ ਟਰੈਕਟਰ ਦੇ ਦਿੰਦੀ ਹੈ, ਕਦੀ ਕੋਈ ਡਰਾਮਾ, ਕਦੀ ਕੋਈ ਟੋਪੀ ਡਰਾਮਾ। ਸਾਡੇ ਨਾਲ ਉਹਦੇ ਬਹੁਤ ਹਾਲਾਤ ਖਰਾਬ ਨੇ, ਖਾਸ ਤੌਰ ਤੇ ਕਿਸਾਨਾਂ ਦੇ। ਇਸ ਵਜ੍ਹਾ ਤੋਂ ਅਸੀਂ ਬੜੇ ਪਰੇਸ਼ਾਨ ਹਾਂ। ਤੇ ਇਹ ਨਹੀਂ ਅਸੀਂ ਆਂਦੇ ਕੋਈ ਇਮਰਾਨ ਖਾਨ ਸਾਡੀ ਫੁੱਫੀ ਦਾ ਬੰਦਾ ਹੈ, ਅਸੀਂ ਉਹਦੀ ਤਾਰੀਫ ਕਰਨੇ ਆ। ਉਹ ਸਾਡੀ ਫੁੱਫੀ ਦਾ ਕੁਝ ਵੀ ਨਹੀਂ ਲੱਗਦਾ, ਨਾ ਸਾਡਾ ਕੁਝ ਲੱਗਦਾ। ਇਸ ਵਜ੍ਹਾ ਤੋਂ ਕਿ ਉਹਦੀ ਅਸੀਂ ਨਾ ਦੌਰ ਦੇ ਵਿੱਚ ਜਿਹੜਾ ਚੱਲ ਰਿਹਾ ਸੀ 2 ਸਾਲ 3 ਸਾਲ 3.5 ਸਾਲ, ਇਹ ਕਾਲ ਤੋਂ ਕਾਰ ਲਈ ਸੀ 12 ਏਕੜ 'ਚੋਂ। ਇੰਨਾ ਮੁਨਾਫਾ ਹੁੰਦਾ ਸੀ, ਘਰ ਦਾ ਖਾਣ ਪੀਣ, ਅਖਰਾਜਾਤ, ਹਰ ਚੀਜ਼ ਨਿਕਲਦੀ ਸੀ। 6 ਮਹੀਨੇ ਬਾਅਦ ਸਾਨੂੰ ਪੂਰਾ ਮੁਆਵਜ਼ਾ ਮਿਲਦਾ ਸੀ, ਕਿਉਂਕਿ 6 ਮਹੀਨੇ ਬਾਅਦ ਸਾਨੂੰ ਜਿਹੜੇ ਮਿਲਣੇ ਨੇ ਪੈਸੇ ਉਹੀ ਹੁੰਦੇ ਸੀ, ਉਹਦੇ ਨਾਲ ਅਸੀਂ ਪੂਰਾ 6 ਮਹੀਨੇ ਗੁਜ਼ਾਰਾ ਕਰੀਦਾ ਸੀ। ਫਿਰ ਪਲੇਟਾਂ ਲਾਈਆਂ ਸੀ, ਬੜੇ ਪਰੇਸ਼ਾਨ ਸੀ ਅਸੀਂ। ਤੇ ਸਾਡੇ ਕੋਲ ਡੀਜ਼ਲ ਦਾ ਜਿਹੜਾ ਨਾ ਅਖਰਾਜਾਤ ਨਹੀਂ ਸੀ ਚੁੱਕੇ ਜਾਂਦੇ। ਡੀਜ਼ਲ ਬਹੁਤ ਮਹਿੰਗਾ ਜੀ, 200-300 ਤੋਂ ਹਟਿਆ 200 ਤੇ ਹੁਣ 56-57 ਲੀਟਰ ਹੈ। ਤੇ ਉਹ ਡੀਜ਼ਲ ਦੇ ਅਖਰਾਜਾਤ ਅਗਰ ਅਸੀਂ ਡੇਲੀ 10 ਲੀਟਰ 15 ਲੀਟਰ 3-4 ਹਜ਼ਾਰ ਦਾ ਤੇ ਇਹ ਖਰਚਾ ਅਸੀਂ ਫਿਰ ਅਫੋਰਡ ਨਹੀਂ ਕਰ ਸਕਦੇ। ਹੁਣ ਸਾਨੂੰ ਡੀਜ਼ਲ ਤੋਂ ਬਗੈਰ ਅਸੀਂ ਜਿੰਨਾ ਵੀ ਅਸੀਂ ਅਖਰਾਜਾਤ ਕੀਤਾ ਨਾ, ਉਹ ਨਹੀਂ ਸਾਨੂੰ ਵਾਪਸ ਮੋੜੇ, ਤੇ ਡੀਜ਼ਲ ਦੇ ਪੈਸੇ ਕਿੱਥੋਂ ਮੁੜਨੇ ਨੇ। ਤੇ ਠੇਕਿਆਂ ਵਾਲੇ ਠੇਕੇ ਛੱਡ ਗਏ ਨੇ, ਬੜੇ ਬੁਰੇ ਹਾਲਾਤ ਨੇ। ਬਾਕੀ ਤੁਹਾਨੂੰ ਸਪਰੇਅ ਹੁੰਦਾ ਵਿਖਾਉਂਦੇ ਆ ਜੀ। ਉਹ ਸਾਹਮਣੇ ਪਲੇਟਾਂ ਲੱਗੀਆਂ, ਨਾਲ ਹੀ ਮੋਟਰ ਤੇ ਬੋਰ ਹੈ ਜੀ। ਆ ਸਾਡਾ ਛੋਟਾ ਜਿਹਾ ਖਾਡਾ ਵੀ ਹੈ ਜੀ, ਇੱਥੇ ਨਹਾਉਂਦੇ ਧੋਂਦੇ, ਇੱਥੇ ਗਰਮੀ ਦੇ ਵਿੱਚ ਇੰਜੋਏ ਵੀ ਕਰੀਦਾ ਜੀ। ਸਾਰਾ ਦਿਨ ਚੱਲਦੇ ਆ। ਅਸਲਮ ਹੈ ਜੀ ਮੇਰਾ ਭਾਈ, ਬਹੁਤ ਰਿਸ਼ਤੇਦਾਰ ਜਿਹੜਾ ਫਸਲ ਦੀ ਕਰੀ। ਕਿੰਨੀ ਸਪਰੇਅ ਹੋ ਗਈ ਅਸਲਮ ਭਾਈ? 2 ਕਿੱਲਿਆਂ ਤੇ 2 ਏਕੜ ਦੀ। ਅੱਜ ਤਿੱਲੀ ਦੀ ਕਾਸ਼ਤ ਸੀ ਅਸੀਂ ਕੀਤੀ। ਤਿੱਲੀ ਦੀ ਫਸਲ ਉਹ ਨਾ, ਤਿੱਲੀ ਦੇ ਤੋਂ ਪੱਤੇ ਸਨ ਛੋਟੇ ਛੋਟੇ, ਉਹ ਖਾ ਰਹੀ ਸੀ ਲਸ਼ਕਰੀ ਸੁੰਡੀ। ਉਹਦੇ ਵਿੱਚ ਫਿਰ ਅਸੀਂ ਨਏ ਸਵੇਰੇ ਵਾਲੇ ਨਾਲ ਰਾਬਤਾ ਕੀਤਾ। ਨਏ ਸਵੇਰੇ ਵਾਲੇ ਕੋਲ ਜਾ ਕੇ ਅਸੀਂ ਮੈਚ ਵਾਲਿਆ ਸਪਰੇਅ ਲਿਆਂਦਾ ਸੀ। ਪੂਰਾ ਮੈਚ ਜਿੰਨੀ ਤੱਕ, ਜਦ ਤੱਕ ਤਿੱਲੀ ਤਿਆਰ ਨਾ ਹੋ ਜਾਏ ਉਨੀ ਦੇਰ ਤੱਕ ਅਸੀਂ ਮੈਚ ਦੀ ਹੀ ਸਪਰੇਅ ਕਰੀ ਦੀ ਹੈ। ਅਖਰਾਜਾਤ ਵੀ ਨਹੀਂ ਹੁੰਦਾ, ਕਰਜ਼ਾ ਵੀ ਨਹੀਂ ਚੜ੍ਹਦਾ, ਫਸਲ ਨੂੰ ਬਿਮਾਰੀ ਵੀ ਨਹੀਂ ਲੱਗਦੀ। ਅਗਰ ਦੂਸਰੀਆਂ ਫਸਲਾਂ ਲਈਏ, ਫਸਲ ਚੁੱਕੀ ਹੈ, ਅੱਧੀ ਫਸਲ ਸਪਰੇਅ ਵਾਲੇ ਲੈ ਜਾਂਦੇ ਨੇ। ਇਸ ਵਜ੍ਹਾ ਤੋਂ ਅਸੀਂ ਥੋੜਾ ਖਰਚਾ ਕਰੀਦਾ ਤੇ ਰਿਜ਼ਲਟ ਜ਼ਿਆਦਾ ਲਈਦਾ। ਨਏ ਸਵੇਰੇ ਨਾਲ ਰਾਬਤਾ ਕਰੀਦਾ। ਉਹ ਤਿੱਲੀ ਦੀ ਕਾਸ਼ਤ ਹੈ ਜੀ। ਇਹ ਬੰਦਾ ਜੀ ਮੇਰਾ ਅਸਲਮ, ਬਾਬਾ ਅਸਲਮ ਹੈ ਜੀ, ਸਾਡਾ ਮਸਾਇਆ ਰਿਸ਼ਤੇਦਾਰ ਹੈ, ਉਹ ਸਪਰੇਅ ਕਰ ਰਿਹਾ।